महिमा बरन ना सको, तू ठाकुर ऊच भगवाना। बाणी गुरु गुरु है बाणी, बिच बाणी अमृत सहारे। गुरबाणी कहे सेवक जन मानै, परतख गुरु निस्तारे। कबीर तन जाएगा, सको तालियो बहोर। नांगे पाँवों ते गए, जिनके लाख करोड़। कबीर एहो तन जाएगा, कवने मार्ग लाए। कै संगत कर साधकी, कै हर के गुण गाए। सतगुरु गुरु गरीब निवाज, चवर छतर तखत दे मालक धन धन साहिब श्री गुरु ग्रंथ ਸਾਹਿਬ महाराज सच्चे पातशाह जी की पावन गुरु गोद विच गदरी बाबिਆਂ ਦੇ ਇਤਿਹਾਸਕ ਸਥਾਨ गुरुद्वारा ਸਾਹਿਬ ਸਟੋਕਟਨ ਵਿਖੇ ਖਾਲਸਾ ਸਾਜਨਾ ਪ੍ਰਗਟ ਦਿਵਸ ਵੈਸਾਖੀ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਨਾਨਕ ਵੈਸਾਖੀ ਪ੍ਰਭ ਭਾਵੈ ਦੇ ਮਹਾਂਵਾਕਾਂ ਅਨੁਸਾਰ ਗੁਰੂ ਚਰਨਾਂ ਵਿੱਚ पहुँच रहे, नतमस्तक हो रहे, प्रभु भगती श्रवण कर रहे सम्मानयोग साध संगत। कुछ कहण ते सुन तो पहलों गुरु बख्शी गुरफतेह दी सांझ करनी बुलाओ जी। वाहिगुरू जी का खालसा, वाहिगुरू जी की फतेह। भगत कबीर साहब जी के दो श्लोक आपां ने पढ़े ने। विचार आपां करांगे गुरु गोबिंद सिंह महाराज जी के इतिहास विचों समय के दायरे दे विच रहिंदे हां। भगत जी का पावन बचन आपां पढ़िया है। कबीर एह तन जाहेगा, तन मीनज शरीर, जाहेगा दे अर्थ ने इन्हें नाश हो जाना, इन्हें खत्म हो जाना। कबीर एह तन जाएगा, सको तां लियो बहोर। बहोर दे अर्थ ने जे तू बचा सकदा है। कोई है बंदा दुनिया विच, हाँ इस शरीर नूं तुसीं सांभण लई उद्यम कर सकदे हो भी इस शरीर नूं किद्दां सांभणा है। पर जे तुसीं कहो भी मैं मरना ही नहीं, इत्थे वड्डे वड्डे राजे महाराजे आए, वड्डे वड्डे लीडर मंत्री आए जिहड़े कहिंदे इत्थे तां हवा भी सानू पुछ के आउंदी मौत कित्थों आ जाऊगी, वड्डियां वड्डियां सिक्योरिटियां वाले। पर जदों मौत आई ते मौत सिक्योरिटी दे विचों ही पैदा हो गई। मेरे सतगुरु जी कहंदे कबीर एह तन जाहेगा, सको तां लियो बहोर। भी जे तू इहनूं बचाउणा है तां बचा लै। नांगे पाँवों ते गए, जिनके लाख करोड़। नांगे पाँवों, पाँव मीनज पैर, उदाहरण पैरां की शरीर की दित्ती है, गल अंदर दी हो गई। भगत जी कहते जिस तन नूं शरीर नूं बचाउणा है ते बचा लै। बचाउण तो भाव ये नहीं भी तू बहुत लंबी उम्र कर लै। दूजे अर्थ ने बचाउण दे भाव जे तू इस जीवन नूं सफल करना है। अजिन्ने तुसीं सेवा कर रहे हो, कोई लंगर विच, कोई वरताउण दी, कोई पकाउण दी, आ जिहड़े गुरु के दरबार विच बैठे हो ना, तुसीं बाणी सुन रहे हो, ये भी सेवा है। ये सब तो वड्डी सेवा है। सेवा एक प्रकार की नहीं, अनक भांत कर सेवा करिए। गुरु की गल सुननी भी सेवा। एक शरीर दे नाल सेवा करनी, ते जिहदे शरीर विच ताकत ही नहीं। जिहड़ा बजुर्ग बापू है
ਉਹ ਸੇਵਾ ਕਿਸ ਤਰ੍ਹਾਂ ਕਰੇਗਾ? ਉਹ ਤਾਂ ਫਿਰ ਸੇਵਾ ਤੋਂ ਵਾਂਝਾ ਹੀ ਰਹਿ ਜਾਊ। ਪਾਤਸ਼ਾਹ ਕਹਿੰਦੇ ਸੇਵਾ ਹੀ ਇੱਕ ਪ੍ਰਕਾਰ ਦੀ ਨਹੀਂ। ਜੇ ਤਨ ਵਿੱਚ ਜ਼ੋਰ ਹੈ ਸੇਵਾ ਕਰ ਲਾ, ਜੇ ਸਮਾਂ ਨਹੀਂ ਤਾਂ ਬਹਿ ਕੇ ਮੇਰੀ ਗੱਲ ਸੁਣਨੀ ਵੀ ਸੇਵਾ ਹੈ। ਤੋ ਭਗਤ ਜੀ ਕਹਿੰਦੇ ਇਹ ਤਨ ਜਾਏਗਾ ਸਕੋ ਤਾਂ ਲਿਓ ਬਹੋਰ ਨਾਂਗੇ ਪਾਮੋ, ਤੇ ਵੇ ਜਿਨ ਕੇ ਲੱਖ ਕਰੋੜ ਨਾਂਗੇ ਪਾਮੋ ਦੇ ਅਰਥ ਨੇ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਸਭ ਕੁਝ ਹੁੰਦਿਆਂ ਹੋਇਆਂ ਵੀ ਭਗਤ ਜੀ ਕਹਿੰਦੇ ਉਹ ਕੰਗਾਲਾਂ ਵਰਗਾ ਜੀਵਨ ਬਤੀਤ ਕਰਕੇ ਗਿਆ ਤੂੰ। ਇਹ ਪਹਿਲਾ ਬਚਨ ਹੈ। ਦੂਸਰਾ ਬਚਨ ਹੈ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਦੂਸਰੀ ਗੱਲ ਇਹ ਹੈ ਕਿ ਇਸ ਸਰੀਰ ਨੂੰ, ਇਸ ਮਨੁੱਖਾ ਜਨਮ ਨੂੰ ਜੇ ਤੂੰ ਸਫਲ ਕਰਨਾ ਹੈ ਫਿਰ ਦੋ ਕੰਮ ਆ ਵੀ ਕਰ ਲੈ। ਪਹਿਲਾਂ ਉਹਨਾਂ ਨੇ ਤਰੀਕਾ ਦੱਸ ਦਿੱਤਾ, ਦੂਜਾ ਤਰੀਕਾ ਦੱਸਦੇ ਨੇ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ। ਕਹਿੰਦੇ ਫਿਰ ਦੋ ਕੰਮ ਆ ਕਰ ਜੇ ਸਫਲ ਕਰਨਾ ਹੈ। ਇੱਕ ਤਾਂ ਤੂੰ ਗੁਰੂ ਦੇ ਮਾਰਗ ਤੇ ਚੱਲ, ਗੁਰੂ ਦੀ ਪ੍ਰੇਮਾ ਭਗਤੀ, ਗੁਰੂ ਦੇ ਉਪਦੇਸ਼ ਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਸਾਜਿਆ, ਸਾਨੂੰ ਪੰਥ ਦਾ ਪਤਾ ਹੈ ਵੀ ਪੰਥ ਕੀ ਹੈ, ਪਰ ਪੰਥ ਸਾਜਿਆ ਕਿਉਂ ਸੀ ਇਹਦੇ ਮਤਲਬ ਦਾ ਮੇਰੇ ਖਿਆਲ 'ਚ ਘੱਟ ਪਤਾ। ਪੰਥ ਦਾ ਪਤਾ ਗੁਰੂ ਨੇ ਪੰਥ ਚਲਾਇਆ। ਰੋਜ਼ ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ, ਜਿਸ ਇਨਸਾਨ ਨੂੰ ਗੁਰੂ ਦੇ ਪ੍ਰੇਮ ਰੂਪ ਮਾਰਗ ਦਾ ਹੀ ਨਹੀਂ ਪਤਾ, ਪੰਥਾ ਪ੍ਰੇਮ ਨਾ ਜਾਣੇ, ਭੁੱਲੀ ਫਿਰੇ ਗਵਾਰ। ਇਹ ਜੀਵ ਰੂਪੀ ਇਸਤਰੀ ਹੈ ਜਿਹੜੀ ਇਹ ਗੁਰੂ ਦਾ ਪ੍ਰੇਮ ਰੂਪ ਮਾਰਗ ਭੁੱਲੀ ਬੈਠੀ ਹੈ। ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ, ਨਾਨਕ ਹਰ ਬਿਸਰਾਏ ਕਹਿ। ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਬਾਣੀ ਨੂੰ, ਸਿੱਖਿਆ ਨੂੰ, ਸਿਮਰਨ ਨੂੰ ਕਹਿ ਲੋ, ਇਹਨੂੰ ਵਿਸਾਰ ਕੇ ਮਨੁੱਖ ਨਰਕਮਈ ਜ਼ਿੰਦਗੀ ਬਤੀਤ ਕਰ ਰਿਹਾ ਹੈ। ਤੇ ਮੇਰੇ ਭਗਤ ਜੀ ਕਹਿੰਦੇ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਣ ਗਾਏ। ਜਾਂ ਫਿਰ ਤੂੰ ਸੰਗਤ ਵਿੱਚ ਆ ਕੇ ਹਰੀ ਦੇ, ਰੱਬ ਦੇ ਗੁਣ ਗਾ। ਇੱਕ ਹੋਰ ਬਚਨ ਹੈ ਗੁਰਦੇਵ ਦਾ, ਪਾਤਸ਼ਾਹ ਕਹਿੰਦੇ ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਕਦੇ ਇਹ ਮਨ ਆਕਾਸ਼ ਵਿੱਚ ਉਡਾਰੀਆਂ ਲਾਉਂਦਾ ਹੈ ਤੇ ਕਦੇ ਬਿਲਕੁਲ ਇਹ ਥੱਲੇ ਆ ਕੇ ਡਿੱਗ ਜਾਂਦਾ ਹੈ। ਇਤਿਹਾਸ ਦਾ ਬਚਨ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਨੇ। ਤੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫਿਰ ਇੱਕ ਉਦਾਸੀ ਸਾਧੂ ਬੜੀ ਸੋਹਣੀ ਬੀੜ, ਬੜਾ ਸੋਹਣਾ ਸਰੂਪ ਬਣਾ ਕੇ ਹੱਥੀਂ ਉਹਨੇ ਉਸ ਬੀੜ ਨੂੰ ਲਿਖਿਆ। ਬੜੀ ਸੋਹਣੀ ਉਹਨੇ ਇੰਜ ਕਹਿ ਲਓ ਲਿਖਾਈ ਕੀਤੀ ਤੇ ਉਹਦੀ ਇੱਛਾ ਸੀ ਕਿ ਮੈਂ ਇਹ ਸਰੂਪ, ਇਹ ਬੀੜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕਰਾਂ। ਏਦਾਂ ਦੀਆਂ ਭੇਟਾਵਾਂ ਉਦੋਂ ਸਿੱਖ ਭੇਟਾ ਕਰਦੇ ਜਿਹੜੀ ਭੇਟਾ ਲੇਖੇ ਲੱਗ ਜਾਏ। ਸੇਵਾ ਉਹੀ ਪ੍ਰਵਾਨ ਹੁੰਦੀ ਹੈ ਜਿਹੜੀ ਅੱਗੇ ਲੇਖੇ ਲੱਗ ਜਾਏ। ਹਮੇਸ਼ਾ ਮੈਂ ਬੇਨਤੀ ਕਰਦਾ ਵੀ ਰੁਮਾਲਾ ਸਾਹਿਬ ਦੀ ਜਗ੍ਹਾ ਤੁਸੀਂ ਹੋਰ ਵਸਤੂਆਂ ਲਿਆ ਸਕਦੇ ਹੋ। ਤੁਹਾਨੂੰ ਅਸੀਂ ਜੇ ਕਮਰਾ ਖੋਲ ਕੇ ਦਿਖਾ ਦਈਏ ਨਾ ਰੁਮਾਲਿਆਂ ਵਾਲਾ, ਸ਼ਾਮ ਤੱਕ ਤੁਹਾਡੇ ਤੋਂ ਰੁਮਾਲੇ ਗਿਣੇ ਨਹੀਂ ਜਾਣੇ, ਇੰਨੇ ਰੁਮਾਲੇ ਸਾਡੇ ਕੋਲ ਪਏ। ਬਾਹਰੋਂ ਰੁਮਾਲਾ ਨਾ ਲਿਆਓ, ਇੱਥੇ ਰੁਮਾਲਾ ਸਭ ਬਹੁਤ ਨੇ। ਇਹ ਤਾਂ ਜੀ ਪੁਰਾਣੇ ਰੁਮਾਲੇ ਨੇ, ਐਦਾਂ ਵੀ ਕਹਿੰਦੇ ਪਏ ਵੀ ਪੁਰਾਣੇ ਮਤਲਬ ਗੁਰੂ ਸਾਹਿਬ ਦੇ ਉੱਪਰ ਹੀ ਭੇਟ ਕੀਤਾ ਤੇ ਗੁਰੂ ਸਾਹਿਬ ਤੋਂ ਮਿਲਾਇਆ ਤੇ ਮੁੜ ਕੇ ਗੁਰੂ ਸਾਹਿਬ ਦੀ ਆਪਾਂ ਭੇਟ ਕਰਨਾ। ਵੈਸੇ ਬਹੁਤ ਰੁਮਾਲੇ ਜਿਹੜੇ ਬਿਲਕੁਲ ਬੰਦ ਨਹੀਂ, ਬਹੁ ਗਿਣਤੀ ਕੌਮ ਦਾ ਪੈਸਾ ਰੁਮਾਲਿਆਂ ਤੇ ਵੇਸਟ ਹੋ ਰਿਹਾ, ਕਿਵੇਂ ਕਰੇਗਾ। ਇਹ ਕਹਿੰਦਾ ਜੀ ਤਾਂ ਸ਼ਰਧਾ ਹੁੰਦੀ, ਸ਼ਰਧਾ ਵੀ ਉਹ ਹੁੰਦੀ ਜਿਹੜੀ ਲੇਖੇ ਲੱਗ ਜਾਏ। ਸ਼ਰਧਾ ਉਹ ਜਿਹੜੀ ਲੇਖੇ ਲੱਗ ਜਾਏ। ਇਸ ਲਈ ਬੜੀ ਮਿਹਨਤ ਦੀ ਤੁਹਾਡੀ ਕਮਾਈ ਹੈ ਤੇ ਆਪਾਂ ਉਹ ਵਸਤੂ ਗੁਰੂ ਘਰ ਦੇਈਏ ਜਿਹੜੀ ਲੇਖੇ ਲੱਗ ਜਾਏ। ਖੈਰ ਮੈਂ ਵਿਸ਼ੇ ਵੱਲ ਆਵਾਂ।
ਤੇ ਉਹ ਉਦਾਸੀ ਸਾਧੂ ਸਤਿਗੁਰਾਂ ਦੇ ਕੋਲ ਇੱਕ ਬੀੜ ਲੈ ਕੇ ਆਇਆ, ਬੜੀ ਸੋਹਣੀ ਹੱਥ ਲਿਖਤ। ਉਹਦੀ ਇੱਛਾ ਸੀ ਭੇਟ ਕਰਾਂ। ਤੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਉਹਦੀ ਪਹੁੰਚ ਨਾ ਹੋਈ ਤੇ ਉਹਦੇ ਮਨ ਵਿੱਚ ਇਹ ਕਿ ਮੇਰਾ ਪਹੁੰਚਣਾ ਵੀ ਮੁਸ਼ਕਲ ਹੈ, ਜੰਗਾਂ ਯੁੱਧਾਂ ਦਾ ਸਮਾਂ, ਮੈਂ ਉੱਥੋਂ ਤੱਕ ਹੋ ਸਕਦਾ ਨਾ ਪਹੁੰਚ ਸਕਾਂ। ਤੇ ਉਹਨੇ ਰਸਤੇ ਵਿੱਚ ਇੱਕ ਸਿੱਖ ਮਿਲਿਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੜਾ ਸ਼ਰਧਾਲੂ, ਜਿਨੇ ਰਣਜੀਤ ਨਗਾਰਾ ਬਣਾਇਆ ਸੀ। ਜਦੋਂ ਰਣਜੀਤ ਨਗਾਰਾ ਬਣ ਰਿਹਾ ਸੀ ਨਾ, ਇਹ ਬੜਾ ਯੋਧਾ ਸੀ, ਸਿੰਘ ਸ਼ਸਤਰਧਾਰੀ ਬੰਦੇ ਨੇ ਕਦੋਂ ਕਿਸ ਸਮੇਂ ਕਿੱਥੇ ਜਾ ਕੇ ਡਿੱਗ ਪੈਣਾ ਕਿਸੇ ਦੀ ਕੋਈ ਗਰੰਟੀ ਨਹੀਂ। ਉਹ ਫਲਾਨਾ ਤੇ ਜੀ ਬਾਹਲਾ ਹੀ ਨਾਮ ਜਪਦਾ ਹੈ, ਉਹ ਜਪਦਾ ਹੈ, ਉਹਦੇ ਜਪੇ ਦਾ ਤੈਨੂੰ ਥੋੜੀ ਕੋਈ ਫਾਇਦਾ, ਤੂੰ ਖੁਦ ਜਪ। ਇਹ ਤਾਂ ਜਿਹੜਾ ਜਪੇਗਾ ਉਸੇ ਨੂੰ ਲਾਹਾ ਮਿਲਣਾ ਹੈ, ਐਵੇਂ ਦੂਜੇ ਦੀ ਸਿਫਤ ਨਹੀਂ ਕਰਨ ਦੀ ਲੋੜ, ਕਿਉਂਕਿ ਬਾਣੀ ਦਾ ਫੈਸਲਾ ਜੋ ਬਾਣੀ ਵਿੱਚ ਲਿਖਿਆ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੱਕ ਉਹਦੀ ਪਹੁੰਚ ਨਹੀਂ, ਪਰ ਆਨੰਦ ਚੰਦ ਇੱਕ ਯੋਧਾ ਸੀ ਸ਼ਸਤਰਧਾਰੀ। ਆਪਾਂ ਇਹ ਵਿਸ਼ਾ ਲਿਆ ਕਬੂ ਜੀੜਾ ਊਬ ਚੜ੍ਹਦਾ। ਇੱਕ ਵਿਦਵਾਨ ਕਹਿੰਦਾ, ਉਹ ਕਹਿਣ ਲੱਗਾ, ਤੂੰ ਕਬ ਕਾ ਸੋਇਆ ਗਫਲਤ ਮੇਂ, उठ जाग खराटे मार नहीं, बेताब है दुनिया सच सुनने को, तू रख तड़प साच सुनाने की। लोग तां सच सुनने दे आदी ने, कोई दो चार विच होण, एक कहंदा मैं नहीं कथा सुनदा, मैं आखिया मैं किहड़ा तेरे मगर पोथी चक्की फिरदा भी तूं सुण। ये तो गुरु दी गल है, जे तैनूं चंगी लगदी सुण, जे तू नहीं सुनेगा तो होर बहुत ने सुनने वाले। ਆਪਾਂ ਕੋਈ ਗੁਰੂ ਕੋਲ ਆ ਕੇ ਗੁਰੂ ਤੇ ਅਹਿਸਾਨ ਨਹੀਂ ਕਰ ਰਹੇ। ਹੁਣ ਉਹ ਜਿਹੜਾ ਆਨੰਦ ਚੰਦ ਸੀ, ਉਹ ਬੜੇ ਉੱਚੇ ਸੁੱਚੇ ਜੀਵਨ ਵਾਲਾ ਸੀ, ਕਦੋਂ ਕਿਸ ਬੰਦੇ ਨੇ ਕਿੱਥੇ ਬਦਲ ਜਾਣਾ ਇਹ ਕਿਸੇ ਦੀ ਕੋਈ ਗਰੰਟੀ ਨਹੀਂ। ਵੈਸੇ ਅਸੀਂ ਜਿਹੜੇ ਜੀਵਨ ਵਾਲੇ ਸਰਟੀਫਿਕੇਟ ਨੇ ਉਹ ਅਸੀਂ ਆਪਣੇ ਹੱਥ ਰੱਖੇ ਹੋਏ ਨੇ ਵੀ ਕਿਹਨੂੰ ਦੇਣਾ ਤੇ ਕਿਹਨੂੰ ਨਹੀਂ ਦੇਣਾ, ਅਸੀਂ ਆਪਣੇ ਬੋਝਿਆਂ ਵਿੱਚ ਰੱਖੇ ਨੇ, ਕਿਵੇਂ ਕਰੇਗਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ, ਗੁਰੂ ਦੀ ਹਜ਼ੂਰੀ ਦੇ ਵਿੱਚ ਜੋ ਗੁਰੂ ਨੇ ਲਿਖਿਆ ਉਹ ਬਿਆਨ ਕਰਨਾ ਸਾਡਾ, ਕਿਉਂਕਿ ਆਪਾਂ ਗੁਰੂ ਦਾ ਲੰਗਰ ਵੀ ਛਕਦੇ ਹਾਂ। ਆਪਾਂ ਜਿਹਦੇ ਘਰੇ ਜਾਈਏ ਉਹ ਸਾਨੂੰ ਲੰਗਰ ਪ੍ਰਸ਼ਾਦਾ ਪਾਣੀ ਛਕਾਵੇ ਤੇ ਉਹਦੀ ਆਪਾਂ ਗੱਲ ਵੀ ਨਾ ਮੰਨੀਏ, ਉਹਦੀ ਗੱਲ ਵੀ ਨਾ ਸੁਣੀਏ ਤੇ ਫਿਰ ਮੇਰੇ ਸਤਿਗੁਰੂ ਬਾਣੀ ਵਿੱਚ ਕਹਿੰਦੇ, ਲੂਣ ਖਾਏ ਕਰੇ ਹਰਾਮ ਖੋਰੀ ਪੇਕਤ ਨੈਣ ਬਿਦਾਰਿਆ। ਉਹ ਆਨੰਦ ਚੰਦ ਨੇ ਨਗਾਰਾ ਬਣਾਇਆ ਸੀ, ਬੜਾ ਸ਼ਰਧਾਲੂ ਸੀ ਕਿਸੇ ਟਾਈਮ, ਪਰ ਕਹਿੰਦੇ ਜਦੋਂ ਇਸ ਉਦਾਸੀ ਸਾਧੂ ਨੇ ਆਖਿਆ ਕਿ ਆਹ ਬੀੜ ਮੈਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਭੇਟ ਕਰਨੀ, ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਗੁਰੂ ਦਾ ਸਿੱਖ ਹਾਂ। ਉਹਨੂੰ ਵੀ ਪਤਾ ਸੀ ਕਿ ਗੁਰੂ ਸਾਹਿਬ ਤੇ ਬਹੁਤ ਭਰੋਸਾ ਕਰਦੇ ਨੇ। ਕਬੂ ਜੀੜਾ ਊਬ ਚੜ੍ਹਦਾ ਹੈ, ਕਬੂ ਜਾਏ ਪਿਆਲੇ ਲੋਭੀ ਜੀੜਾ। ਇਹ ਜਿੰਦ ਇਹ ਮਨ ਇਹਦਾ ਕੋਈ ਪਤਾ ਨਹੀਂ ਕਦੋਂ ਲੋਭੀ ਬਣ ਜਾਏ। ਤਾਂ ਉਸ ਬੀੜ ਨੂੰ ਜਦੋਂ ਉਹਨੇ ਦੇਖਿਆ ਤਾਂ ਉਹ ਬੀੜ ਭਾਵ ਸਰੂਪ, ਬੜਾ ਸੋਹਣਾ ਸਰੂਪ ਹੱਥੀਂ ਉਹਨੇ ਲਿਖਿਆ। ਜਦੋਂ ਦਰਸ਼ਨ ਕੀਤੇ ਐਨੀ ਸੋਹਣੀ ਉਹਦੀ ਲਿਖਾਈ, ਉਹਨਾਂ ਸਮਿਆਂ ਵਿੱਚ ਇਸ ਚੀਜ਼ ਦੀ ਬਹੁਤ ਜ਼ਿਆਦਾ ਕੀਮਤ ਸੀ। ਹੁਣ ਤੇ ਬਾਣੀ ਸਾਡੇ ਘਰ ਘਰ ਨਿਤਨੇਮ ਦੇ ਗੁੱਟ ਕੇ, ਬਾਬਾ ਜੀ ਨਿਤਨੇਮ ਦੇ ਗੁੱਟ ਕੇ ਸਾਂਭੇ ਨਹੀਂ ਜਾਂਦੇ। ਗੁਰਦੁਆਰੇ ਹੈਗੀ ਜਗ੍ਹਾ, ਉੱਥੇ ਦੇ ਦਈਏ ਤੁਹਾਨੂੰ। ਮੋਬਾਈਲ ਸਾਂਭ ਲੈਣੇ, ਨਿਤਨੇਮ ਦੀਆਂ ਪੋਥੀਆਂ ਨਹੀਂ ਸਾਂਭ ਹੁੰਦੀਆਂ। ਘਰ ਵਿੱਚ ਪੋਥੀਆਂ ਵੈਸੇ ਹੀ ਪਈਆਂ ਰਹਿਣ, ਉਹਦੀ ਬੜੀ ਬਰਕਤ ਹੁੰਦੀ ਹੈ। ਬਾਣੀ ਘਰ ਵਿੱਚ ਵੈਸੇ ਹੀ ਪਈ ਰਵੇ, ਉਹਦੀ ਵੀ ਬਹੁਤ ਬਰਕਤ ਹੈ। ਕਦੀ ਨਾ ਕਦੀ ਤੇ ਬੰਦੇ ਦਾ ਮਨ ਕਾਰੀ ਆਉਂਦਾ ਹੈ ਵੀ ਮੈਂ ਨਿਤਨੇਮ ਕਰ ਲਾਂ, ਪਾਠ ਕਰ ਲਾਂ। ਹੁਣ ਉਸ ਸਰੂਪ ਨੂੰ ਜਦੋਂ ਦੇਖਿਆ ਨਾ ਉਹਨੇ, ਤਾਂ ਉਹਦਾ ਮਨ ਡੋਲ ਗਿਆ। ਹੈ ਸੀ ਸ਼ਰਧਾਲੂ, ਕਿਸੇ ਦੇ ਜੀਵਨ ਦੀ ਕੋਈ ਗਰੰਟੀ ਨਹੀਂ, ਮੈਂ ਪਹਿਲਾਂ ਅਰਜ਼ ਕੀਤੀ। ਹੁਣ ਜਦੋਂ ਉਹਨੇ ਉਹ ਸਰੂਪ ਦੇਖਿਆ ਕਿ ਜੇ ਮੈਂ ਸਰੂਪ ਆਪਣੇ ਕੋਲ ਰੱਖਾਂਗਾ, ਇਹਦੇ ਹੋਰ ਉਤਾਰੇ ਕਰੂੰਗਾ। ਇਹ ਸੋਹਣ ਸਿੰਘ ਸੀਤਲ ਨੇ ਲਿਖਿਆ ਹੈ, ਮਨੁੱਖਤਾ ਦਾ ਗੁਰੂ ਗੁਰੂ ਗੋਬਿੰਦ ਸਿੰਘ, ਇਹ ਬੁੱਕ ਦਾ ਨਾਮ ਹੈ, ਪੜ੍ਹਦੇ ਹੋ। ਉਹਨੇ ਬੀੜ ਆਪਣੇ ਕੋਲ ਰੱਖ ਲਈ ਤੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਪਹੁੰਚਾਈ ਨਹੀਂ ਉਹਨੇ। ਕਿ ਗੁਰੂ ਨੂੰ ਕਿਹੜਾ ਪਤਾ ਲੱਗਦਾ, ਜਦੋਂ ਇਹ ਮਨ 'ਚ ਹੋ ਜੇ ਨਾ, ਇੱਕ ਹੁੰਦਾ ਸ਼ੱਕ ਤੇ ਇੱਕ ਹੁੰਦੀ ਹੈ ਸ਼ਰਧਾ, ਦੋ ਚੀਜ਼ਾਂ।
ਸ਼ੱਕ ਤੇ ਸ਼ਰਧਾ। ਸ਼ਰਧਾ ਕਿਸ ਚੀਜ਼ ਤੇ ਹੁੰਦੀ ਹੈ? ਜਿਹੜੀ ਸਾਨੂੰ ਵਿਖਾਈ ਦੇ ਰਹੀ ਹੈ ਨਾ, ਜਿਹੜੀ ਚੀਜ਼ ਦਿਸਦੀ ਹੈ ਉਹਦੇ ਤੇ ਸਾਡੀ ਸ਼ਰਧਾ ਹੁੰਦੀ ਹੈ, ਤੇ ਜਿਹੜੀ ਚੀਜ਼ ਵੇਖ ਲਈ ਉਹ ਅਸੀਂ ਖਰੀਦਦੇ ਹਾਂ। ਜਿਹੜੀ ਚੀਜ਼ ਤੁਸੀਂ ਨਹੀਂ ਵੇਖੀ ਉਹਨੂੰ ਤੁਹਾਨੂੰ ਕੋਈ ਬੰਦਾ ਕਵੇ ਖਰੀਦ ਲਾ, ਲੈ ਲਾ, ਆਪਾਂ ਹੂੰ ਤਾਂ ਕਰੀ ਜਾਵਾਂਗੇ, ਆਪਾਂ ਖਰੀਦਾਂਗੇ ਨਹੀਂ। ਕਦੋਂ ਖਰੀਦਾਂਗੇ? ਜਦੋਂ ਅਸੀਂ ਵੇਖਾਂਗੇ। ਹੁਣ ਸੰਸਾਰ ਦੀ ਉਲਟ ਫਿਤਰਤ ਹੈ। ਇੱਥੇ ਬੰਦਾ ਸੰਸਾਰ ਦੇ ਉੱਪਰ ਸ਼ਰਧਾ ਰੱਖਦਾ ਤੇ ਗੁਰੂ ਤੇ ਸ਼ੱਕ ਕਰਦਾ। ਕਿਉਂ? ਕਿਉਂਕਿ ਇਹ ਕਹਿੰਦਾ ਗੁਰੂ ਕਿਹੜਾ ਵਿਖਾਈ ਦੇ ਰਿਹਾ, ਸੰਸਾਰ ਵਿਖਾਈ ਦੇ ਰਿਹਾ, ਇਸ ਲਈ ਸੰਸਾਰ ਦੀ ਹਰ ਇੱਕ ਗੱਲ ਤੇ ਨੂੰ ਭਰੋਸਾ ਤੇ ਸ਼ਰਧਾ। ਇੱਕ ਨਜ਼ਰ ਹੈ ਜਗ ਦੀ ਤੇ ਇੱਕ ਨਜ਼ਰ ਹੈ ਰੱਬ ਦੀ। ਜੇ ਤਾਂ ਜਗ ਦੀ ਨਜ਼ਰ ਵਿੱਚ ਆਉਣਾ ਫਿਰ ਤੁਹਾਨੂੰ ਬਹੁਤ ਕੁਝ ਕਰਨਾ ਪਏਗਾ। ਫਿਰ ਸੱਚ ਨੂੰ, ਫਿਰ ਝੂਠ ਨੂੰ ਸੱਚ ਵੀ ਕਹਿਣਾ ਪਏਗਾ, ਲੋਕ ਲਾਜ ਕਰਕੇ। ਇੱਕ ਜਗ ਦੀ ਨਜ਼ਰ, ਇੱਕ ਰੱਬ ਦੀ ਨਜ਼ਰ। ਪਰ ਜੇ ਰੱਬ ਦੀ ਨਜ਼ਰ ਵਿੱਚ ਆਉਣਾ ਫਿਰ ਸਾਨੂੰ ਕੋਈ ਫਾਰਮੈਲਿਟੀ ਕਰਨ ਦੀ ਲੋੜ ਨਹੀਂ। ਫਿਰ ਸਿਰਫ ਤੇ ਸਿਰਫ ਸਾਨੂੰ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਪੈਣਾ। ਹੁਣ ਉਹਨੇ ਸਰੂਪ ਆਪਣੇ ਕੋਲ ਰੱਖਿਆ, ਮਹੀਨਾ ਬਤੀਤ ਹੋ ਗਿਆ, ਉਹਨੇ ਗੇੜਾ ਮਾਰਿਆ। ਸਾਧੂ ਜੀ ਕਹਿੰਦਾ ਆਨੰਦ ਚੰਦ ਜੀ, ਮੈਂ ਤੁਹਾਨੂੰ ਇੱਕ ਬੀੜ ਦੇ ਕੇ ਗਿਆ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟ ਕਰਨੀ ਹੈ, ਤੁਸੀਂ ਦੇ ਦਿੱਤੀ? ਉਹ ਕਹਿੰਦਾ ਮੇਰੇ ਕੋਲ ਅਜੇ ਟਾਈਮ ਨਹੀਂ। ਸੋਹਣ ਸਿੰਘ ਸੀਤਲ ਲਿਖਦੇ ਮਹੀਨੇ ਬਾਅਦ ਆਇਆ। ਉਹ ਕਹਿੰਦਾ ਮੇਰੇ ਕੋਲ ਟਾਈਮ ਨਹੀਂ, ਜੇ ਗੁਰੂ ਮੈਨੂੰ ਮਿਲੇ ਨਹੀਂ। ਤੀਸਰੇ ਮਹੀਨੇ ਉਹ ਆਇਆ, ਆ ਕੇ ਕਹਿੰਦਾ ਮੈਂ ਜਿਹੜਾ ਸਰੂਪ ਗੁਰੂ ਦੀ ਭੇਟਾ ਗੁਰੂ ਨੂੰ ਦੇਣੀ ਸੀ, ਹਮੇਸ਼ਾ ਅਰਜ਼ ਕਰਦਾ ਕਿ ਗੁਰੂ ਨੂੰ ਹਮੇਸ਼ਾ ਭੇਟਾ ਕਰੀ ਦੀ ਵਸਤੂ। ਪੰਜਾਂ ਪਿਆਰਿਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੀਸ ਦਾਨ ਨਹੀਂ ਸੀ ਕੀਤੇ, ਗੁਰੂ ਨੂੰ ਸੀਸ ਉਹਨਾਂ ਨੇ ਭੇਟ ਕੀਤੇ ਸਨ। ਜਦੋਂ ਵੀ ਕੋਈ ਗੁਰਦੁਆਰੇ ਕੋਈ ਵਸਤੂ ਦੇਣੀ, ਇਹ ਨਹੀਂ ਮੈਂ ਵੀ ਦਾਨ ਕਰਦਾ ਪਿਆ, ਦਾਨ ਨਹੀਂ ਕਰਨਾ। ਗੁਰੂ ਕੋਈ ਭਿਖਾਰੀ ਨਹੀਂ, ਦਾਨ ਹਮੇਸ਼ਾ ਕੰਗਾਲ ਨੂੰ ਕਰੀਦਾ, ਆਪ ਤੋਂ ਛੋਟੇ ਨੇ। ਜੇ ਗੁਰੂ ਨੂੰ ਵੀ ਦਾਨ ਕਰਦੇ ਆ, ਗੁਰੂ ਛੋਟਾ ਅਸੀਂ ਵੱਡੇ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥੇਰੇ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਤੋ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਉਹਦੀ ਭੇਟ ਨਹੀਂ ਪਹੁੰਚੀ। ਇੰਜ ਕਹਿ ਲੋ ਅਕਾਲ ਰੂਪ ਦੇ ਵਿੱਚ ਨਹੀਂ ਭੇਟ ਪਹੁੰਚੀ, ਪਰ ਜੋ ਉਹਦੀ ਭਾਵਨਾ ਸੀ ਉਹ ਤਾਂ ਗੁਰੂ ਤੱਕ ਪਹੁੰਚੀ ਗਈ ਹੋਵੇਗੀ। ਅੰਤਰ ਜਾਤੀ ਜਾਣੈ ਬਿਨ ਬੋਲਤ ਆਪ ਪਛਾਨੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਹੁਣ ਜਦੋਂ ਤੀਸਰੀ ਵਾਰੀ ਆਨੰਦ ਚੰਦ ਕੋਲ ਆਇਆ ਤਾਂ ਆਨੰਦ ਚੰਦ ਅੱਗੋਂ ਕਹਿੰਦਾ ਉਹ ਜਿਹੜੀ ਬੀੜ ਤੂੰ ਦੇ ਕੇ ਗਿਆ ਉਹ ਮੈਂ ਗੁਰੂ ਤੱਕ ਨਹੀਂ ਪਹੁੰਚਾਉਣੀ, ਮੈਂ ਉਹ ਆਪਣੇ ਕੋਲ ਰੱਖ ਲਈ ਹੈ। ਉਹ ਕਹਿੰਦਾ ਜੇ ਨਹੀਂ ਪਹੁੰਚਾਉਣੀ ਤੇ ਮੈਂ ਗੁਰੂ ਕੋਲ ਤੇਰੀ ਸ਼ਿਕਾਇਤ ਕਰੂੰਗਾ। ਤੇ ਅੱਗੋਂ ਹੁਣ ਕਬੂ ਜੀੜਾ ਉਬ ਚੜ੍ਹਦਾ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਜਿਹੜਾ ਸਰੋਤਾ ਜਿਹੜੀ ਸੰਗਤ ਹੁੰਦੀ ਹੈ ਨਾ, ਅਸਲੀ ਸੰਗਤ ਉਹ ਹੁੰਦੀ ਹੈ ਜਿਹੜੀ ਗੁਰੂ ਦੀ ਗੱਲ ਨੂੰ ਨਿਰਪੱਖ ਹੋ ਕੇ ਸੁਣੇ। ਹੁਣ ਤੇ ਅਸੀਂ ਵੰਡੀਆਂ ਪਾਈਆਂ, ਮੈਂ ਉਹਨੂੰ ਸੁਣਦਾ, ਮੈਂ ਉਹਨੂੰ ਨਹੀਂ ਜੀ ਸੁਣਦਾ, ਖਿਮਾ ਕਰਿਓ। ਸਾਡਾ ਮਤਲਬ ਕਿਸੇ ਪ੍ਰਚਾਰਕ ਨਾਲ ਨਹੀਂ, ਕਿਸੇ ਰਾਗੀ ਢਾਡੀ ਨਾਲ ਨਹੀਂ। ਉਹਨਾਂ ਚਿਰ ਸਾਡੇ ਅੰਦਰ ਭਾਵਨਾ ਜ਼ਰੂਰ ਹੈ ਜਿੰਨਾ ਚਿਰ ਉਹ ਗੁਰੂ ਦੀ ਗੱਲ ਕਰ ਰਿਹਾ। ਉਸ ਤੋਂ ਬਾਅਦ ਉਹ ਇੱਕ ਆਮ ਵਿਅਕਤੀ ਹੈ, ਗੁਰੂ ਦੀ ਗੱਲ ਜਿਹੜਾ ਮਰਜ਼ੀ ਸੁਣਾਵੇ। ਪਾਤਸ਼ਾਹ ਬਾਣੀ ਵਿੱਚ ਕੀ ਕਹਿੰਦੇ? ਗੁਰੂ ਰਾਮਦਾਸ ਜੀ ਦਾ ਬਚਨ ਹੈ, ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਕੋਈ ਵੀ ਸੁਣਾ ਦੇ, ਗੋਲ ਪੱਗ ਵਾਲਾ ਸੁਣਾ ਦੇਵੇ, ਏਦਾਂ ਦੀ ਦਸਤਾਰ ਸਜਾਈ ਹੈ ਪੱਗ ਉਹ ਸੁਣਾ ਦੇਵੇ, ਦਮਾਲੇ ਵਾਲਾ ਸੁਣਾ ਦੇਵੇ, ਖੱਦਰ ਦਾ ਪਰਨਾ ਬੰਨਿਆ ਉਹ ਸੁਣਾ ਦੇਵੇ, ਪਰ ਕੋਈ ਗੁਰੂ ਦੀ ਗੱਲ ਸੁਣਾ ਦੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹ ਮੇਰਾ ਵੀਰ ਹੈ, ਉਹ ਮੇਰਾ ਭਰਾ ਹੈ। ਹੁਣ ਇਉਂ ਨਹੀਂ ਲੱਗਦਾ ਵੀ ਅਸੀਂ ਕਿੰਨੀਆਂ ਵੰਡੀਆਂ ਪਾਈਆਂ। ਉਹ ਕਹਿੰਦਾ ਮੈਂ ਉਹਦਾ ਅੰਮ੍ਰਿਤ ਛਕਿਆ, ਮੈਂ ਉਹਦਾ ਛਕਿਆ, ਕਿਵੇਂ ਕਰਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅੰਮ੍ਰਿਤ ਹੈ
ਇਹ ਕਿਸੇ ਵਿਅਕਤੀ ਤੇ ਧੜੇ ਦਾ ਨਹੀਂ ਕਿਵਾ ਕਰੇ, ਇਹ ਕੋਈ ਕਹਿੰਦਾ ਨਹੀਂ ਗੱਲ। ਇਹ ਅੰਮ੍ਰਿਤ ਹੈ ਗੁਰੂ ਦਾ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸੁਰ ਨਰ, ਕਿਉਂਕਿ ਕਈਆਂ ਦੇ ਜਦੋਂ ਫੋਨ ਆਏ ਅੰਮ੍ਰਿਤ ਅੱਜ ਤਿਆਰ ਹੋ ਰਿਹਾ ਨਾ, ਪੰਜ ਪਿਆਰੇ ਕਰ ਰਹੇ, ਕਿਹੜੇ ਛਕਾ ਰਹੇ ਨੇ ਜੀ ਅੰਮ੍ਰਿਤ, ਕਿੱਥੋਂ ਵਾਲੇ ਛਕਾ ਰਹੇ ਨੇ। ਮੈਨੂੰ ਆਖਿਆ ਤੂੰ ਕਿੱਥੋਂ ਕਥੋਂ ਛੱਡ, ਤੂੰ ਗੁਰੂ ਦਾ ਅੰਮ੍ਰਿਤ ਛਕਣਾ, ਗੁਰੂ ਵਾਲਾ ਬਣਨਾ। ਕੌਣ ਛਕਾ ਰਹੇ ਨੇ, ਕਿੱਥੋਂ ਆ ਰਹੇ ਨੇ? ਗੁਰੂ ਦਾ ਰੂਪ ਨੇ, ਪੰਜ ਪਿਆਰੇ ਛਕਾ ਰਹੇ ਨੇ। ਜਿਹੜੀ ਮਰਜ਼ੀ ਸੰਸਥਾ ਨਾਲ ਜੁੜੇ ਨੇ ਉਹ ਗੁਰੂ ਦਾ ਰੂਪ ਨੇ, ਕਿਉਂਕਿ ਬਾਣੀ ਦਾ ਫੈਸਲਾ ਅੰਮ੍ਰਿਤ ਗੁਰੂ ਦਾ। ਤੇ ਗੁਰੂ ਅਮਰਦਾਸ ਜੀ ਕੀ ਕਹਿੰਦੇ? ਕਹਿੰਦੇ ਸੁਰ ਨਰ ਮਨ ਜਨ, ਤਿੰਨ ਬਚਨ ਜੀ। ਸੁਰ ਦੇਵਤੇ, ਨਰ ਇਨਸਾਨ, ਮਨ ਜਨ ਮੁਨੀ, ਚੁੱਪ ਕਰਕੇ ਰਹਿਣ ਵਾਲੇ ਨੇ, ਅਸੀਂ ਬੋਲਦੇ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚੁੱਪ ਹੈ ਚੁੱਪ ਨਾ ਹੋਵਈ। ਕਈ ਕਹਿੰਦੇ ਬਾਬਾ ਜੀ ਬੋਲਦੇ ਹੀ ਨਹੀਂ, ਤੇ ਰੱਬ ਨੇ ਜ਼ਬਾਨ ਕਾਹਦੇ ਲਈ ਦਿੱਤੀ? ਹਾਂ ਇੰਨਾ ਜ਼ਰੂਰ ਹੈ ਉਹ ਮਰਿਆਦਾ ਵਿੱਚ ਬੋਲਦੇ। ਜੇ ਕੋਈ ਕਵੇ ਉਹ ਬੋਲਦੇ ਨਹੀਂ, ਉਹਦੇ ਨਾਂ ਬੋਲਣ ਕਰਕੇ ਹੀ, ਜੇ ਉਹ ਮਹਾਂਪੁਰਖ ਹੈ ਤਾਂ ਫਿਰ ਬਹੁਤ ਜਾਨਵਰ ਨੇ ਜਿਹੜੇ ਚੁੱਪ ਹੀ ਰਹਿੰਦੇ ਨੇ, ਉਹ ਬੋਲਦੇ ਨਹੀਂ। ਕਲਗੀਧਰ ਪਾਤਸ਼ਾਹ ਨੇ ਕਾਲ ਉਸਤਤ ਵਿੱਚ ਸਾਰਾ ਵਰਣਨ ਕੀਤਾ, ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ। ਗੁਰੂ ਅਮਰਦਾਸ ਜੀ ਕਹਿੰਦੇ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਉਹ ਅਜੇ ਖੋਜ ਹੀ ਕਰ ਰਹੇ ਨੇ, ਉਹਨਾਂ ਨੂੰ ਲੱਭਿਆ ਕੋਈ ਨਹੀਂ ਅੰਮ੍ਰਿਤ ਜੀ, ਅਜੇ ਤੱਕ ਖੋਜ ਹੀ ਕਰਦੇ ਨੇ। ਤੇ ਜਦੋਂ ਉਹਨਾਂ ਨੇ ਖੋਜ ਕਰ ਲਈ ਸੀ ਘੜਾ ਅੰਮ੍ਰਿਤ ਦਾ ਜਿਵੇਂ ਕੱਢਿਆ, ਉਹਨਾਂ ਨੇ ਤੀਸਰੀ ਰਾਮਕਲੀ ਕੀ ਵਾਰ ਪੜੋ, ਉਹਦੇ ਵਿੱਚ ਸਾਰਾ ਲਿਖਿਆ ਵੀ ਉਹਨਾਂ ਨੇ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ ਅੰਮ੍ਰਿਤ ਨਿਕਲਿਆ। ਤੇ ਜਦੋਂ ਪੀਣ ਦੀ ਵਾਰੀ ਆਈ ਤੇ ਉਹ ਮਾਂ ਦੇ ਪੁੱਤ ਆਪਸ ਹੀ ਲੜ ਪਏ, ਉਹ ਆਪਸ ਹੀ ਲੜ ਪਏ, ਉਹਨੂੰ ਪੀਣਾ ਵੀ ਨਸੀਬ ਨਹੀਂ ਹੋਇਆ। ਸੁਰ ਨਰ ਮੁਲ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਉਹ ਅਜੇ ਤੱਕ ਖੋਜ ਰਹੇ ਨੇ। ਜੇ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਨੂੰ ਪੀਣ ਦਾ ਟਾਈਮ ਨਹੀਂ ਮਿਲਿਆ। ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੰਮ੍ਰਿਤ ਲਈ ਉਹਨਾਂ ਨੇ ਸਮੁੰਦਰ ਰਿੜਕਿਆ, ਲੱਭ ਵੀ ਲਿਆ, ਪਰ ਉਥੋਂ ਤੱਕ ਪਹੁੰਚ ਨਹੀਂ ਸਕੇ। ਪਰ ਉਹ ਅੰਮ੍ਰਿਤ ਮੇਰੇ ਗੁਰੂ ਨੇ ਸਾਨੂੰ 10ਵੇਂ ਜਾਮੇ ਵਿੱਚ ਉਹ ਦਾਤ ਦੇ ਦਿੱਤੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਖੈਰ ਕਹਿੰਦੇ ਜਦੋਂ ਉਹ ਬੀੜ ਨਾ ਦਿੱਤੀ ਤੇ ਨੰਦ ਚੰਦ ਕਹਿੰਦਾ ਜਾ ਜਾ ਕੇ ਗੁਰੂ ਕੋਲ ਜਿਹੜੀ ਸ਼ਿਕਾਇਤ ਕਰਨੀ ਹੈ ਕਰ ਦੇ, ਮੈਂ ਨਹੀਂ ਕਿਸੇ ਗੁਰੂ ਤੋਂ ਡਰਦਾ। ਇਹ ਹੈ ਹੰਕਾਰ। ਜਿਹੜੇ ਗੁਰੂ ਦੇ ਕੋਲ ਰਹਿੰਦਾ ਸੀ, ਜਿਹੜੇ ਗੁਰੂ ਨੇ ਨਗਾਰਾ ਬਣਾਇਆ, ਉਹ ਤੋਂ ਹੁਣ ਉਹਨੂੰ ਜਦੋਂ ਉਹ ਬੀੜ ਸਰੂਪ ਮਿਲ ਗਈ, ਉਹਨੂੰ ਮਾਣ ਹੋ ਗਿਆ ਕਿ ਇਹ ਮੇਰੇ ਕੋਲ ਹੈ। ਸੋਢੀਆਂ ਦੀ ਬੰਸ ਵਿੱਚੋਂ ਪਤਾ ਨਹੀਂ ਕਿੰਨੇ ਕੁ ਸੋਢੀ ਬੈਠੇ ਨੇ, ਜਿਹਨੂੰ ਮੈਂ ਇਹ ਸਰੂਪ ਦਿਆਂਗਾ, ਜਿਹਨੂੰ ਮਰਜ਼ੀ ਗੁਰੂ ਬਣਾ ਦਿਆਂ। ਉਹਨੂੰ ਕਹਿੰਦਾ ਜਾ ਚਲਿਆ ਜਾ। ਉਦਾਸੀ ਵਿਚਾਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਗਿਆ, ਕਹਿੰਦਾ ਸੱਚੇ ਪਾਤਸ਼ਾਹ ਤੁਹਾਡੇ ਲਈ ਮੈਂ ਇੱਕ ਭੇਟ ਲੈ ਕੇ ਆਇਆ ਸਾਂ, ਪਰ ਨੰਦ ਚੰਦ ਨੇ ਆਪਣੇ ਕੋਲ ਰੱਖ ਲਈ। 3 ਮਹੀਨੇ ਹੋ ਗਏ, ਅੱਜ ਗਿਆ ਤੇ ਬੜੇ ਉੱਚੇ ਨੀਵੇਂ ਉਹਨੇ ਲਫ਼ਜ਼ ਬੋਲੇ, ਕਹਿੰਦਾ ਜੋ ਕਰਨਾ ਤੂੰ ਕਰ ਲੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕੋਈ ਨਾ। ਸਤਿਗੁਰੂ ਕਹਿਣ ਲੱਗੇ ਗੁਰਸਿੱਖੋ ਜਾਓ ਉਹਦੇ ਕੋਲ। ਕੁਝ ਗੁਰਸਿੱਖ ਜਦੋਂ ਨੰਦ ਚੰਦ ਦੇ ਕੋਲ ਗਏ, ਇਹਦਾ ਸੰਘਾ ਗੋਤ ਸੀ ਨੰਦ ਚੰਦ ਦਾ, ਸੋਹਣ ਸਿੰਘ ਸੀਤਲ ਨੂੰ ਪੜ੍ਹੋ, ਵਿਦਵਾਨ ਵੀ ਬੜਾ ਸੀ, ਸ਼ਸਤਰ ਧਾਰੀ ਸੀ, ਸੇਵਾ ਵੀ ਬੜੀ ਕਰਦਾ ਸੀ, ਮੱਤ ਕਦੋਂ ਫਿਰ ਜੇ ਇਹਦਾ ਕੋਈ ਪਤਾ ਨਹੀਂ। ਹੁਣ ਇਹ ਜਿਹੜਾ ਨੰਦ ਚੰਦ ਸੀ ਇਹਦੇ ਕੋਲ ਜਦੋਂ ਸਿੰਘ ਭੇਜੇ, ਜਾ ਕੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਜਿਹੜੀ ਭੇਟਾ ਉਦਾਸੀ ਸਾਹਿਬ ਨੂੰ ਲਿਆਇਆ ਨਾ, ਉਹ ਭੇਟਾ ਉਹਨੂੰ ਦੇ ਦੇ, ਉਹ ਗੁਰੂ ਦੇ ਕੋਲ ਭੇਟ ਕਰ ਦੇਵੇ। ਉਹ ਕਹਿਣ ਲੱਗਾ ਨਹੀਂ, ਮੈਂ ਕਿਸੇ ਗੁਰੂ ਤੋਂ ਨਹੀਂ ਡਰਦਾ। ਪਾਤਸ਼ਾਹ ਬਾਣੀ ਵਿੱਚ ਜ਼ਿਕਰ ਕਰਦੇ ਜੇ ਕੋ ਬਹੁਤ ਕਰੇ ਅਹੰਕਾਰ ਰਾਗ ਗੌਣ, ਗੁਰੂ ਅਰਜਨ ਦੇਵ ਮਹਾਰਾਜ ਉਹ ਖਿਨਮੈ ਰੁਲਤਾ ਖਾਕੂ ਨਾਲ। ਗੁਰੂ ਨੂੰ ਸਭ ਕੁਝ ਚੰਗਾ ਲੱਗਦਾ ਹੈ, ਗੁਰੂ ਨੂੰ ਜੇ ਨਹੀਂ ਚੰਗਾ ਲੱਗਦਾ ਤੇ ਹੰਕਾਰੀ ਨਹੀਂ ਚੰਗਾ ਲੱਗਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕਠਾਏ। ਕਹਿੰਦੇ ਸਿੱਖਾਂ ਨੂੰ ਵੀ ਮੋੜ ਦਿੱਤਾ, ਗੁਰਸਿੱਖ ਚਲੇ ਗਏ। ਉਹਨਾਂ ਬੜਾ ਸਮਝਾਇਆ, ਉਹ ਗੁਰੂ ਜਾਣੀ ਜਾਣ ਨੂੰ ਸਭ ਕੁਝ ਪਤਾ ਹੈ, ਸਤਿਗੁਰੂ ਜੀ ਚਾਹੁਣ ਤੇ ਤੇਰੇ ਤੋਂ ਪਲਾਂ ਵਿੱਚ ਸਭ ਕੁਝ ਕਢਾ ਲੈਣ। ਹੁਣ ਉਦੋਂ ਤਾਂ ਉਹਨੇ ਬੋਲ ਕਬੋਲ ਬੋਲੇ, ਪਰ ਬਾਅਦ ਵਿੱਚ ਜਦੋਂ ਸਿੰਘ ਚਲੇ ਗਏ ਨਾ,
ਤਾਂ ਉਹ ਨੰਦ ਚੰਦ ਬੜਾ ਡਰਿਆ ਵੀ ਕਿਤੇ ਸਤਿਗੁਰੂ ਇੱਧਰ ਨਾ ਆ ਜਾਣ। ਉਹਨੇ ਰਾਤੋਂ ਰਾਤ ਉਹ ਸਰੂਪ ਬੀੜ ਨੂੰ ਚੁੱਕਿਆ, ਕੁਝ ਨਾਲ ਆਪਣੇ ਚੇਲੇ ਲਏ ਤੇ ਕਰਤਾਰਪੁਰ ਧੀਰਮਲ ਦੇ ਕੋਲ ਚਲਿਆ ਗਿਆ। ਤੇ ਧੀਰਮਲ ਨੂੰ ਜਾ ਕੇ ਕਹਿੰਦਾ ਉਹਦੇ ਚੇਲਿਆਂ ਨੂੰ, ਕਹਿੰਦਾ ਮੈਂ ਧੀਰਮਲ ਨੂੰ ਮਿਲਣਾ, ਮੈਂ ਬੜਾ ਵਧੀਆ ਸਰੂਪ ਬੀੜ ਲੈ ਕੇ ਆਇਆ ਜਿਹਦੇ ਪਿੱਛੇ ਤੁਸੀਂ ਲੜ ਰਹੇ ਹੋ, ਕਿਉਂਕਿ ਅੱਜ ਗੁਰੂ ਅੰਗਦ ਦੇਵ ਮਹਾਰਾਜ ਦਾ ਜੋਤੀ ਜੋ ਦਿਵਸ ਹੈ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ। ਕਿਉਂਕਿ ਧੀਰਮਲ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਸਨ, ਸੀਹੇ ਮਸੰਦ ਰਾਹੀਂ ਗੋਲੀਆਂ ਵੀ ਚਲਵਾਈਆਂ, ਪਰ ਉਹਨੂੰ ਕੁਝ ਪ੍ਰਾਪਤ ਨਹੀਂ ਸੀ ਹੋਇਆ। ਮੱਖਣ ਸ਼ਾਹ ਲਵਾਣੇ ਨੇ ਫਿਰ ਕਿਵੇਂ ਸਜ਼ਾ ਦਿੱਤੀ। ਖਰੇ ਕਰਤਾਰਪੁਰ ਜਦੋਂ ਬੀੜ ਲੈ ਕੇ ਆਇਆ ਤਾਂ ਜਿਹੜੇ ਨਾਲ ਦੇ ਸੇਵਕ ਸੀ ਨਾ, ਉਹਨਾਂ ਸੋਚਿਆ ਵੀ ਇਹ ਸਰੂਪ ਬੀੜ ਲੈ ਕੇ ਆਇਆ, ਧੀਰਮਲ ਦੀ ਨਜ਼ਰ ਵਿੱਚ ਕਿਤੇ ਇਹਦਾ ਸਤਿਕਾਰ ਹੀ ਨਾ ਵੱਧ ਜੇ, ਮੁੜ ਕੇ ਧੀਰਮਲ ਸਾਨੂੰ ਕਿਤੇ ਬੁਲਾਵੇ ਹੀ ਨਾ, ਇਹਦੀ ਸ਼ੋਭਾ ਹੋਣ ਲੱਗ ਜੇ ਤੇ ਸਾਨੂੰ ਪੁੱਛਣਾ ਕੀ ਹੈ। ਇਹ ਵੀ ਇੱਕ ਮਨੁੱਖ ਦੀ ਫਿਤਰਤ ਹੈ ਵੀ ਉਹਦੇ ਆਉਣ ਕਰਕੇ ਮੇਰੀ ਵਡਿਆਈ ਨਾ ਘਟ ਜਾਏ। ਉਸ ਵਕਤ ਉਹਨਾਂ ਨੇ ਧੀਰਮਲ ਦੇ ਜਾ ਕੇ ਕੰਨ ਭਰੇ, ਕਹਿੰਦੇ ਧੀਰਮਲ ਜੀ, ਇਹ ਜਿਹੜਾ ਆਨੰਦ ਚੰਦ ਆਇਆ ਇਹ ਉਹੀ ਹੈ ਜਿਹਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰਾ ਬਣਾਇਆ ਸੀ, ਬੜਾ ਕੀਮਤੀ। ਇਹ ਯੋਧਾ ਬੜਾ, ਗੁਰੂ ਇਹਨੂੰ ਪਿਆਰ ਬੜਾ ਕਰਦੇ ਨੇ, ਪਰ ਇਹ ਤੁਹਾਨੂੰ ਕਹਿੰਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਆ ਗਿਆ। ਇਹ ਕਿੱਦਾਂ ਹੋ ਸਕਦਾ ਹੈ? ਐਡਾ ਭਰੋਸੇਯੋਗ ਗੁਰੂ ਨੂੰ ਇੱਕਦਮ ਛੱਡ ਕੇ ਕਿਵੇਂ ਆ ਗਿਆ? ਇਸ ਗੱਲ ਵਿੱਚ ਜ਼ਰੂਰ ਕੋਈ ਰਾਜ ਹੈ। ਉਹ ਕਹਿਣ ਲੱਗੇ ਇਉਂ ਲੱਗਦਾ ਵੀ ਗੁਰੂ ਨੇ ਭੇਜਿਆ, ਤੁਹਾਡੇ ਕੋਲ ਇਹ ਕੁਝ ਦਿਨ ਰਹੇਗਾ ਤੇ ਹੋ ਸਕਦਾ ਗੁਰੂ ਸਾਹਿਬ ਨੇ ਤੁਹਾਨੂੰ ਮਾਰਨ ਵਾਸਤੇ ਕੋਈ ਬਿਉਂਤਬੰਦੀ ਬਣਾਈ ਹੋਵੇ। ਧੀਰਮਲ ਵੀ ਡੋਲ ਗਿਆ, ਕਹਿਣ ਲੱਗਾ ਕੀ ਕਰੀਏ। ਉਹ ਕਹਿਣ ਲੱਗੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਮਾਰੇ, ਇਸ ਤੋਂ ਪਹਿਲਾਂ ਕਿ ਤੁਹਾਨੂੰ ਧੋਖਾ ਦੇ, ਤੇ ਕਿਉਂ ਨਾ ਆਪਾਂ ਉਸ ਤੋਂ ਪਹਿਲਾਂ ਇਹਦਾ ਹੀ ਭੋਗ ਪਾ ਦਈਏ। ਕਹਿੰਦੇ ਰਾਤ ਨੂੰ ਉਹਨੂੰ ਰਹਿائش ਦਿੱਤੀ ਤੇ ਡਰਦੇ ਉਹਨੂੰ ਧੀਰਮਲ ਦੇ ਚੇਲੇ ਵੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਹੈ, ਸ਼ਸਤਰ ਧਾਰੀ, ਬਲਵਾਨ ਬੜਾ, ਸਿੱਧੇ ਲੜਾਂਗੇ ਤੇ ਇਹਦਾ ਮੁਕਾਬਲਾ ਨਹੀਂ ਕਰ ਪਾਵਾਂਗੇ। ਉਹਨਾਂ ਨੇ ਜਿਸ ਰਹਿائش, ਜਿਸ ਕਮਰੇ ਵਿੱਚ ਉਹਨੂੰ ਠਹਿਰਾਇਆ, ਸਾਰੀ ਵਿਉਂਤਬੰਦੀ ਕਰਕੇ ਜਦੋਂ ਰਾਤ ਦਾ ਟਾਈਮ ਹੋਇਆ ਤੇ ਇੱਕ ਨੇ ਦਰਵਾਜ਼ਾ ਖੜਕਾਇਆ ਕਿ ਧੀਰਮਲ ਜੀ ਤੁਹਾਨੂੰ ਬੁਲਾਉਂਦੇ ਨੇ ਤੇ ਕੱਲ ਵਾਲੀ ਗੱਲ ਤੇ ਉਹਨਾਂ ਨੇ ਕੋਈ ਵਿਚਾਰ ਕਰਨੀ ਹੈ। ਤੇ ਜਦੋਂ ਆਨੰਦ ਚੰਦ ਉਸ ਕਮਰੇ ਚੋਂ ਬਾਹਰ ਨਿਕਲਣ ਲੱਗਾ, ਉਹਨਾਂ ਪਹਿਲਾਂ ਤਿਆਰੀ ਕੀਤੀ ਸੀ, ਬਸ ਉਹ ਕੋਠੇ ਵਿੱਚੋਂ ਬਾਹਰ ਆਉਂਦਾ ਹੈ ਤੇ ਉਹਨਾਂ ਨੇ ਨਾਲ ਦੀ ਨਾਲ ਗੋਲੀਆਂ ਦੇ ਨਾਲ, ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਆਨੰਦ ਚੰਦ ਦੀ ਮੌਤ ਹੋ ਗਈ। ਇੱਥੇ ਸ਼ਹੀਦ ਨਹੀਂ ਕਹਿ ਸਕਦੇ, ਗੁਰੂ ਤੋਂ ਬੇਮੁਖ ਹੋਇਆ ਬੰਦਾ ਸ਼ਹੀਦ ਨਹੀਂ ਹੋ ਸਕਦਾ। ਹੁਣ ਉੱਥੇ ਹੀ ਉਹਨਾਂ ਨੇ ਥਾਈ ਮਾਰ ਦਿੱਤਾ ਤੇ ਉਹ ਜਿਹੜੀ ਬੀੜ, ਜਿਹੜਾ ਸਰੂਪ, ਜਿਹੜੀ ਗੁਰੂ ਦੀ ਭੇਟ ਸੀ ਨਾ, ਗੁਰੂ ਨੂੰ ਵੀ ਨਾ ਭੇਟ ਕਰ ਸਕਿਆ, ਆਪ ਵੀ ਗੁਰੂ ਤੋਂ ਬੇਮੁਖ ਹੋ ਗਿਆ ਤੇ ਮਰਿਆ ਵੀ ਬੇਮੁਖ ਹੋ ਕੇ। ਤੇ ਮੇਰੇ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਕਿ ਵੇਖੋ ਗੁਰੂ ਕੋਲ ਰਹਿੰਦਾ ਸੀ, ਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਲੈ ਰਿਹਾ ਸੀ। ਕਬੂ ਜੀੜਾ ਉਬ ਚੜ੍ਹ ਰਹੇ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਹੈ। ਚਾਰੇ ਕੁੰਡਾ ਭਾਲੇ, ਜਿਹੜਾ ਲੋਭੀ ਬੰਦਾ, ਉਹਦੇ ਜੀਵਨ ਵਿੱਚ ਟਿਕਾ ਕੋਈ ਨਹੀਂ, ਉਹ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਉਹ ਲੱਭਦਾ ਹੀ ਰਹਿੰਦਾ ਹੈ। ਅਖੀਰ ਮੌਤ ਹੋਈ ਤੇ ਮਰਿਆ ਵੀ, ਜਹਾਨੋਂ ਗਿਆ ਵੀ ਜ਼ਰੂਰ, ਪਰ ਗਿਆ ਵੀ ਗੁਰੂ ਤੋਂ ਬੇਮੁਖ ਹੋ ਕੇ। ਇਸੇ ਨੇ ਮੇਰੇ ਭਗਤ ਕਬੀਰ ਸਾਹਿਬ ਜੀ, ਜਿਹੜੇ ਆਪਾਂ 2 ਸ਼ਲੋਕ ਆਰੰਭ ਵਿੱਚ ਵਾਚੇ ਸੀ, ਇਸੇ ਦਾ ਆਧਾਰ ਬਣਾ ਕੇ, ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਓ ਬਹੋਰ, ਨਾਗੇ ਪਾਵੋ ਭਾਵ, ਮਨੁੱਖਾ ਜਨਮ ਦੀ ਬਾਜੀ ਹਾਰ ਕੇ ਤੂੰ ਦੁਨੀਆ ਤੋਂ ਜਾ ਰਹੇ। ਸੰਸਾਰਕ ਧਨ ਹੁੰਦਿਆਂ ਹੋਇਆਂ ਵੀ ਕੰਗਾਲਾਂ ਵਾਲੀ ਜ਼ਿੰਦਗੀ ਬਤੀਤ ਕਰਕੇ ਜਾ ਰਹੇ। ਕਬੀਰ ਇਹੋ ਤਨ ਜਾਏਗਾ ਸਕੋ ਤਾਂ ਲਿਓ ਬਹੋਰ, ਨਾਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਏ, ਕਹਿ ਸੰਗਤ ਕਰ ਸਾਧ ਕੀ ਕਹਿ। ਹਰ ਕੇ ਗੁਣ ਗਾਏ, ਜੇ ਸਫਲ ਕਰਨੇ ਜਾਂਦਾ ਗੁਰੂ ਦੀ ਸੰਗਤ ਵਿੱਚ ਆ ਜਾ। ਸੰਗਤ ਕਰਕੇ ਜੋ ਕੁਝ ਤੈਨੂੰ ਸੰਗਤ ਵਿੱਚੋਂ ਮਿਲੇਗਾ
ਤੇ ਉਹ ਰੱਬੀ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਕੇ ਗੁਰੂ ਦੀ ਉਸਤਤ ਕਰ, ਫਿਰ ਇਹ ਤੇਰਾ ਜੀਵਨ ਸਫਲ ਹੋ ਸਕਦਾ ਹੈ। ਸਤਿਗੁਰੂ ਜੀ ਮਿਹਰ ਰਹਿਮਤ ਕਰਨ, ਬਖਸ਼ਿਸ਼ ਕਰਨ। ਸੋ ਸਾਰੀਆਂ ਸੰਗਤਾਂ ਰਲ ਮਿਲ ਕੇ ਆਪਾਂ ਕਈ ਰੋਜ਼ ਤੋਂ ਲੈ ਕੇ ਇਹ ਸਾਲਾਨਾ ਮਹਾਨ ਗੁਰਮਤਿ ਸਮਾਗਮ, ਵਿਸਾਖੀ ਦਾ ਦਿਹਾੜਾ, ਖਾਲਸਾ ਸਾਜਨਾ ਪ੍ਰਗਟ ਦਿਵਸ, ਵੈਸੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੈ ਨਾ, ਉਹ ਇੱਕ ਵਿਸਾਖ ਦਾ। ਚਲੋ ਆਪ ਤੁਸੀਂ ਕੱਤੇ ਨੂੰ ਮਨਾਉਂਦੇ ਹੋ, ਮੈਂ ਬਾਦ ਵਿਵਾਦ 'ਚ ਨਹੀਂ ਪੈਣਾ। ਕਰਮ ਸਿੰਘ ਅਸਟੋਰੀਆ ਨੂੰ ਪੜ੍ਹੋ, ਗੋਰਾ, ਉਹ ਆਪ ਲਿਖਦਾ ਬੁੱਕ ਵਿੱਚ, ਸਿੱਖਾਂ ਨੂੰ ਵੀ ਪਤਾ ਲੱਗਾ। ਆਸਟ੍ਰੇਲੀਆ ਸੀ ਮੈਂ, ਉੱਥੇ ਕਿਸੇ ਬਜ਼ੁਰਗ ਨੇ ਗੱਲ ਸੁਣਾਈ, ਸਮਾਪਤੀ ਕਰਾਂਗੇ। ਉਹ ਕਹਿੰਦੇ ਗੁਰਦੁਆਰੇ ਹੋ ਗਈ ਲੜਾਈ, ਸਾਰੇ ਲੜ ਪਏ। ਇਹ ਮਾੜਾ ਮੋਟਾ ਚੱਲਦਾ ਹੀ ਰਹਿੰਦਾ, ਇਹ ਸਾਡੇ ਮਿਸਲਾਂ ਬਾਰੇ ਵੀ ਚੱਲਦਾ ਰਹਿੰਦਾ ਸੀ। ਜਦੋਂ ਮਿਸਲਾਂ ਹੁੰਦੀਆਂ ਸੀ ਨਾ, ਉਦੋਂ ਵੀ ਲੜਦੇ ਰਹਿੰਦੇ ਸੀ, ਪਰ ਉਹ ਲੜਦੇ ਸੀ ਪਰ ਸ਼ਾਮ ਤੱਕ ਦੂਜੇ ਦਿਨ ਇੱਕੋ ਜਿਹੇ ਹੋ ਜਾਂਦੇ ਸਨ। ਉਹ ਪੂਰੀ ਲੰਬੀ ਈਰਖਾ ਨਹੀਂ ਸੀ ਰੱਖਦੇ। ਉਹ ਬਜ਼ੁਰਗ ਨੇ ਗੱਲ ਸੁਣਾਈ, ਕਹਿੰਦੇ ਗੁਰਦੁਆਰਾ ਸਾਹਿਬ 'ਚ ਲੜਾਈ ਹੋਈ, ਗੋਰਾ ਉੱਥੇ ਬੈਠਾ ਸੀ, ਉਹਨੇ ਸਾਰਾ ਦ੍ਰਿਸ਼ ਵੇਖਿਆ। ਕਹਿੰਦੇ ਕੇਸ ਅਦਾਲਤ ਵਿੱਚ ਗਿਆ, ਉਹਨੂੰ ਗਵਾਹ ਬਣਾ ਲਿਆ। ਉਹ ਕਹਿੰਦੇ ਲੜਾਈ ਦਾ ਕਾਰਨ ਕੀ ਸੀ, ਵੀ ਦੱਸੋ ਕੀ ਕਾਰਨ ਸੀ ਵੀ ਤੂੰ ਉੱਥੇ ਬੈਠਾ ਸੀ। ਉਹ ਕਹਿਣ ਲੱਗਾ ਮੈਨੂੰ ਕੋਈ ਸਮਝ ਤਾਂ ਨਹੀਂ ਸੀ ਆ ਰਹੀ ਵੀ ਕੀ ਹੋ ਰਿਹਾ, ਪਰ ਆਨੰਦ ਬੜਾ ਆ ਰਿਹਾ ਸੀ। ਮੈਂ ਸਿਰਫ ਉਦਾਹਰਨ ਦੇ ਰਿਹਾ, ਕੋਈ ਤਵਾ ਨਹੀਂ। ਉਹ ਕਹਿੰਦਾ ਇਹਨਾਂ ਨੇ ਪਹਿਲਾਂ ਕੀਰਤਨ ਕੀਤਾ, ਕਥਾ ਹੋਈ, ਜਾਂ ਜੋ ਕੁਝ ਵੀ ਉਹਨੇ ਦੱਸਿਆ ਉਹਨੇ ਦੱਸ ਦਿੱਤਾ ਵੀ ਪ੍ਰੇਰ ਇਹਨਾਂ ਨੇ ਕੀਤੀ। ਉਸ ਤੋਂ ਬਾਅਦ ਕਹਿੰਦੇ ਇੱਕ ਕੋਈ ਬਾਟੇ ਵਿੱਚ ਏਦਾਂ ਲੈ ਕੇ ਉਹਨੇ ਸਾਰਿਆਂ ਨੂੰ ਵਰਤਾਤਾ। ਬਸ ਕਹਿੰਦੇ ਉਹ ਜਦੋਂ ਸਾਰਿਆਂ ਨੂੰ ਵਰਤਾਇਆ, ਪਤਾ ਨਹੀਂ ਉਹਦੇ ਵਿੱਚ ਕੀ ਸ਼ਕਤੀ ਸੀ, ਬਸ ਉਹ ਸ਼ਕਲ ਸਾਰੀ ਕਹਿੰਦੇ ਨਾਲ ਦੀ ਨਾਲ ਲੜ ਪਈ। ਬਰਾਉਨ ਜਿਹਾ ਸੀ ਇਹਦਾ ਭਾਵ ਪ੍ਰਸ਼ਾਦ, ਵੀ ਇਹ ਉਦੋਂ ਆ